औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अस्सलाम वालेकुम नाज़रीन। असल फ़कीर होवे, कामल मर्द होवे जिहड़ा नफ्स नूं विहले ही ना रहण दे, ਉਹਨੂੰ फुरसत ही ना दवे, ਉਹਨੂੰ फुरसत ही ना दवे। ਉਹ ਇਸੇ ਤਰ੍ਹਾਂ ਹੀ ਹੋ ਸਕਦਾ ਕਿ ਉਹ ਅੱਲਾ ਦੀ ਯਾਦ ਵਿੱਚ ਗਾਫਲ ਹੀ ਨਾ ਹੋਵੇ ਤੇ ਨਫਸ ਨੂੰ ਫੁਰਸਤ ਨਹੀਂ ਮਿਲੇਗੀ। ਉਹਦੇ ਨਾਲ ਝਗੜਾ ਕਰੇ, ਉਹਦੇ ਨਾਲ ਲੜੇ, ਤਾਂ ਜਾ ਕੇ ਉਹ ਬਚੇਗਾ। ਹਰ ਵੇਲੇ ਉਹਦੀ ਮੁਖਾਲਫਤ ਕਰੇ, ਹਰ ਵੇਲੇ ਉਹਦੀ ਮੁਖਾਲਫਤ ਕਰੇ, ਉਹਦੇ ਮੁਖਾਲਫ ਚੱਲੇ, ਮੀਨ ਕਿ ਜੋ ਡਿਮਾਂਡ ਕਰੇ ਉਹਦੇ ਉਲਟ ਕਰੇ। ਮੈਂ ਇੱਕ ਦੋਸਤ ਸੀ ਮੇਰੇ, ਤੇ ਉਹਨਾਂ ਨੇ ਇੱਕ ਵਾਕਿਆ ਲਿਖਿਆ ਇੱਕ ਉਹਨਾਂ ਦੀ ਬੁੱਕ ਦੇ ਵਿੱਚ, ਮੈਂ ਪੜ੍ਹ ਰਿਹਾ। ਇੱਕ ਮਲੰਗ ਸਨ, ਤੇ ਉਹ ਮਲੰਗ ਦਰਵੇਸ਼ ਜਿਹੜੇ ਸੀ, ਉਹ ਇੱਕ ਦਿਨ ਉਹਨਾਂ ਦਾ ਦਿਲ ਕੀਤਾ, ਉਹਨਾਂ ਦੀ ਅੰਦਰ ਨਫਸ ਨੇ ਇਹ ਚੀਜ਼ ਮੰਗੀ ਕਿ ਕੇਲੇ ਖਾਣੇ ਚਾਹੀਦੇ ਨੇ। ਉਹ ਕੇਲਿਆਂ ਵਾਲੀ ਰੇਹੜੀ 'ਤੇ ਚਲੇ ਗਏ ਅਤੇ ਜਾ ਕੇ ਕੇਲਿਆਂ ਵਾਲੇ ਕੋਲ ਖੜ੍ਹੇ ਹੋ ਗਏ, ਅਤੇ ਨਫਸ ਕਵੇ ਕਿ ਕੇਲੇ ਚੁੱਕ ਲੈ, ਕੇਲੇ ਮੰਗ ਲੈ। ਉਹ ਕਹਿਣ ਮੈਂ ਭਾਈ ਤੈਨੂੰ ਖਵਾਉਣ ਲਈ ਤਿਆਰ ਹਾਂ, ਮੈਂ ਆ ਗਿਆ ਵਾਂ, ਲੇਕਿਨ ਗੱਲ ਇਹ ਵੇ ਕਿ ਮੇਰੇ ਕੋਲ ਪੈਸੇ ਹੀ ਹੈ ਨਹੀਂ, ਮੈਂ ਤੈਨੂੰ ਕਿਵੇਂ ਖਵਾਵਾਂ, ਮੈਂ ਤੈਨੂੰ ਕਿਵੇਂ ਖਵਾਵਾਂ ਕੇਲੇ, ਮੈਂ ਤਾਂ ਆ ਗਿਆ ਲੇਕਿਨ ਜੇਬ 'ਚ ਹੱਥ ਮਾਰਿਆ ਪੈਸੇ ਨਹੀਂ ਨਿਕਲੇ, ਤੇਰੀ ਕਿਸਮਤ ਹੁਣ। ਨਫਸ ਨੇ ਸ਼ਾਵਾ ਦਿੱਤੀ, ਉਹਨੇ ਕਿਹਾ ਕਿ ਤੂੰ ਦਰਵੇਸ਼ ਆਦਮੀ ਹੈ, ਤੂੰ ਮਲੰਗ ਆਦਮੀ ਹੈ, ਤੈਨੂੰ ਇਹਨੇ ਕੀ ਕਹਿਣਾ, ਤੂੰ ਚੁੱਕ ਕੇ ਕੇਲੇ ਖਾ ਲਾ ਭਾਈ। ਉਹ ਕਹੇਗਾ ਮੇਰੇ ਕੰਮ 'ਚ ਬਰਕਤ ਹੋਏਗੀ, ਮਲੰਗ ਹੈ, ਦਰਵੇਸ਼ ਹੈ, ਤੈਨੂੰ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ। ਮੀਨ ਕਿ ਹੁਣ ਨਫਸ ਉਹਨੂੰ ਖੁਸ਼ਾਮਦ ਕਰ ਰਿਹਾ, ਉਹਨੂੰ ਕਿਸੇ ਤਰੀਕੇ ਵੀ ਕਿ ਵੀ ਇਹ ਤੂੰ ਕੇਲੇ ਚੁੱਕੇ। ਅਤੇ ਉਹ ਕਹਿਣ ਲੱਗੇ ਯਾਰ ਅੱਜ ਪੈਸੇ ਨਹੀਂ ਹੈ, ਕੱਲ੍ਹ ਨੂੰ ਆ ਜਾਣਗੇ ਅਤੇ ਕੱਲ੍ਹ ਖਾ ਲਈ। ਉਹਨੇ ਕਿਹਾ ਤੈਨੂੰ ਕੁਛ ਨਹੀਂ ਕਹਿੰਦਾ ਭਾਈ, ਤੂੰ ਦਰਵੇਸ਼ ਆਦਮੀ, ਉਹਨੂੰ ਪਤਾ ਤੂੰ ਕੇਲੇ ਚੁੱਕੇਗਾ ਅਤੇ ਤੇਰੇ ਜ਼ਿਆਦਾ ਵਿਕਣਗੇ। ਉਹਨੇ ਕਿਹਾ ਨਹੀਂ, ਮੈਂ ਤੈਨੂੰ ਖੁਸ਼ ਕਰਨ ਵਾਸਤੇ ਇਹਦੇ ਕੋਲੋਂ ਜੁੱਤੀਆਂ ਨਹੀਂ ਖਾਣੀਆਂ, ਝਾੜਾਂ ਨਹੀਂ ਖਾਣੀਆਂ, ਮੈਂ ਬਿਸਤੀ ਨਹੀਂ ਕਰਾਉਣੀ। ਖੈਰ ਉਹਨੇ ਆ ਜਾ ਕੇ ਉਹਨੇ ਕਿਹਾ ਯਾਰ ਤੂੰ ਇਸ ਤਰ੍ਹਾਂ ਕਰ ਕਿ ਤੂੰ ਇਹਦੇ ਨਾਲ ਉਧਾਰ ਕਰ ਲੈ, ਕੱਲ੍ਹ ਨੂੰ ਦੇ ਲਈ। ਮਲੰਗ ਜਿਹੜੇ ਸੀ ਉਹਨਾਂ ਨੇ ਕਿਹਾ ਕਿ ਭਾਈ ਤੂੰ ਮੇਰੇ ਨਾਲ 24 ਘੰਟੇ ਰਹਿਣਾ, ਤੂੰ ਮੇਰੇ ਨਾਲ ਉਧਾਰ ਨਹੀਂ ਕਰਦਾ ਪਿਆ, ਅਤੇ ਮੈਂ ਇਹਦੇ ਨਾਲ ਉਧਾਰ ਕਿਉਂ ਕਰਾਂ, ਮੈਂ ਨਹੀਂ ਇਹ ਕੰਮ ਕਰਨਾ। ਅਤੇ ਗੱਲ ਇਹ ਕਿ ਜਿਨ੍ਹਾਂ ਨੂੰ ਸਮਝ ਆਈ ਹੈ, ਜਿਨ੍ਹਾਂ ਨੇ ਇਹਦੇ 'ਤੇ ਅਮਲ ਕੀਤਾ, ਉਹੀ ਅਸਲ ਮਰਦ ਨੇ, ਉਹੀ ਅਸਲ ਫਕੀਰ ਨੇ। ਨਫਸ ਜਿਹੜਾ ਹੈ ਇਹ ਸ਼ਹਿਵਤ ਦੀ ਹਾਲਤ ਦੇ ਵਿੱਚ ਗਾਲਬ ਹੁੰਦਾ, ਔਰ ਗੁੱਸੇ ਦੀ ਹਾਲਤ ਵਿੱਚ ਦਰਿੰਦਾ ਹੁੰਦਾ, ਔਰ ਗੁਨਾਹ ਦੀ ਹਾਲਤ ਵਿੱਚ ਇੱਕ ਮਾਸੂਮ ਬੱਚੇ ਦੀ ਸ਼ਕਲ ਇਖਤਿਆਰ ਕਰ ਲੈਂਦਾ, ਔਰ ਖਾਣੇ ਵੇਲੇ ਇਹ ਫਿਰੌਨ ਬਣ ਜਾਂਦਾ, ਔਰ ਸਖਾਵਤ ਵੇਲੇ ਕਰੂਨ ਬਣ ਜਾਂਦਾ। ਕਰੂਨ ਜਿਹੜਾ ਸੀ ਬਨੀ ਇਸਰਾਈਲ ਦਾ ਇੱਕ ਮਾਲਦਾਰ ਸ਼ਖਸ ਸੀ। ਕਰੂਨ ਬਨੀ ਇਸਰਾਈਲ ਦਾ ਇੱਕ ਮਾਲਦਾਰ ਸ਼ਖਸ ਸੀ, ਔਰ ਇਹਦੇ ਕੋਲ ਇੰਨਾ ਕੁ ਮਾਲ ਸੀ, ਇੰਨਾ ਮਾਲ ਸੀ ਇਹ ਕਿ ਇਹਦੀਆਂ ਜਿਹੜੀਆਂ ਖਜ਼ਾਨੇ ਦੀਆਂ ਚਾਬੀਆਂ ਸਨ, ਕੁੰਜੀਆਂ ਸਨ, ਉਹ ਅਗਰ ਕਿਤੇ ਜਾਂਦਾ ਸੀ ਤਾਂ ਉਹ ਚਾਬੀਆਂ ਦੇ 40 ਖੱਚਰ ਹੁੰਦੇ ਸੀ, ਉਹਨਾਂ ਦੇ ਉੱਤੇ ਲੱਦ ਕੇ ਤੋਂ ਲੈ ਕੇ ਜਾਂਦਾ ਸੀ। ਇੰਨਾ ਅਮੀਰ ਆਦਮੀ ਸੀ। ਇੱਕ ਦਫਾ ਜਨਾਬ ਮੂਸਾ ਨੇ ਉਹਨੂੰ ਕਿਹਾ ਕਰੂਨ ਨੂੰ ਕਿ ਤੂੰ 1000 ਦਿਨਾਰ 'ਚੋਂ 1 ਦਿਨਾਰ ਜਿਹੜਾ ਵੀ ਉਹ ਜ਼ਕਾਤ ਕੱਢਿਆ ਕਰ, ਅਤੇ ਉਹ ਇਸ ਚੀਜ਼ ਤੋਂ ਇਨਕਾਰੀ ਹੋ ਗਿਆ, ਉਹਨੇ ਇਨਕਾਰ ਕਰ ਦਿੱਤਾ। ਫਿਰ ਉਹ ਜਨਾਬ ਮੂਸਾ ਦੀ ਬਦਦੁਆ ਨਾਲ ਹੀ ਉਹ ਆਪਣੇ ਖਜ਼ਾਨੇ 'ਚ ਹੀ ਤਹਿਸ ਨਹਿਸ ਹੋ ਗਿਆ। ਅਤੇ ਉਹ ਸੁਲਤਾਨ ਸਾਹਿਬ ਫਰਮਾਉਂਦੇ ਕਿ ਜਦੋਂ ਇਹ ਨਫਸ ਜਿਹੜਾ ਵੇ ਇਹ ਅਗਰ ਇਹਨੂੰ ਕਹੋ ਤੂੰ ਸਹਾਵਤ ਕਰ, ਅਤੇ ਇਹ ਸਹਾਵਤ ਵੇਲੇ ਕਰੂਨ ਬਣ ਜਾਂਦਾ। ਆਪਣੇ ਸੁਲਤਾਨ ਸਾਹਿਬ ਬਿਆਤੇ ਬਾਹੂ 'ਚ ਫਰਮਾਉਂਦੇ ਨੇ ਕਿ ਇਹੋ ਨਫਸ ਸਾਡਾ ਬੇਲੀ, ਅਤੇ ਨਾਲ ਸਾਡੇ ਸਿੱਧਾ ਹੋ, ਜ਼ਾਹਦ ਆਲਮ ਆਣ ਨਵਾਏ, ਜਿੱਥੇ ਟੁਕੜਾ ਵੇਖਣ ਥਿੱਦਾ ਹੋ, ਜੋ ਕੋਈ ਇਸ ਦੀ ਕਰੇ ਸਵਾਰੀ, ਉਸ ਨਾਮ ਅੱਲਾ ਦਾ ਲੱਦਾ ਹੋ, ਰਾਹ ਫਕਰ ਦਾ ਮੁਸ਼ਕਲ ਬਾਹੂ, ਰਾਹ ਫਕਰ ਦਾ ਮੁਸ਼ਕਲ ਬਾਹੂ, ਮਾਂ ਨਾ ਸੀਰਾ ਰਿੱਧਾ ਹੋ। ਅਤੇ ਆ ਫਰਮਾਉਂਦੇ ਕਿ ਇਸ ਨਫਸ ਦੇ, ਇਸ ਬੇਲਗਾਮ ਨਫਸ 'ਤੇ ਅਸੀਂ ਸਵਾਰੀ ਕਰਨੇ ਦੀ ਲਗਾਮ ਸਾਡੇ ਹੱਥ ਵਿੱਚ ਹੈ। ਆ ਫਰਮਾਉਂਦੇ ਕਿ ਇਸੇ ਨਫਸ ਨੇ ਆਲਮਾਂ ਅਤੇ ਜ਼ਾਹਦਾਂ ਨੂੰ ਆਪਣੀ ਪੈਰਵੀ ਕਰਨ 'ਤੇ ਇਹਨੇ ਲਾਚਾਰ ਕਰ ਦਿੱਤਾ, ਇਹਨੇ ਮਜਬੂਰ ਕਰ ਦਿੱਤਾ। ਨਫਸ ਐਸੀ ਜ਼ਾਲਮ ਚੀਜ਼ ਹੈ। ਆ ਫਰਮਾਉਂਦੇ ਕਿ ਜਿਹਨੇ ਇਹਦੀ ਸਵਾਰੀ ਕੀਤੀ, ਜਿਹਨੇ ਇਹਨੂੰ ਲਗਾਮ ਪਾਈ ਹੈ, ਉਹੀ ਅਸਲ ਦਰਵੇਸ਼ ਹੋਇਆ, ਉਹੀ ਫਕੀਰ ਹੋਇਆ, ਉਹੀ ਕਾਮਲ ਮਰਦ ਹੋਇਆ,
ਔਰ ਇਹ ਇਸਮੇ ਅੱਲਾ ਜ਼ਾਤ ਦੇ ਤਸੱਵਰ ਦੇ ਨਾਲ, ਇਸਮੇ ਅੱਲਾ ਜ਼ਾਤ ਦੇ ਜ਼ਿਕਰ ਨਾਲ ਹੀ ਉਹ ਇਹਦੇ 'ਤੇ ਸਵਾਰੀ ਕਰ ਸਕਿਆ, ਇਹਨੂੰ ਕਾਬੂ ਕਰ ਸਕਿਆ। ਫਿਰ ਫਰਮਾਉਂਦਾ ਕਿ ਇਹ ਬਾਹੂ, ਇਹ ਫ਼ਕਰ ਦੀ ਰਾਹ ਬੜੀ ਮੁਸ਼ਕਿਲ ਹੈ, ਇਹ ਮਾਂ ਨੇ ਕੋਈ ਨਰਮ ਨਰਮ ਹਲਵਾ ਨਹੀਂ ਬਣਾਇਆ ਕਿ ਤੁਸੀਂ ਇੱਕੋ ਡੀਕਚੇ ਨੂੰ ਖਾ ਜਾਓਗੇ, ਪੀ ਜਾਓਗੇ। ਇਹ ਔਖੀਆਂ ਰਾਹਾਂ ਨੇ। ਫਿਰ ਆ ਫਰਮਾਉਂਦਾ ਕਿ ਨਫਸ ਕੀ ਹੈ, ਨਫਸ ਕੀ ਹੈ, शैतान की है और दुनिया की है। आप फरमाते कि नफ्स बादशाह है और शैतान उहदा वज़ीर है, और जिहड़ी दुनिया वे, दुनिया इन्हां दोवां दी मां वे, वो इन्हां नूं पालदी है, इन्हां दी परवरिश करदी है। हदीस मुबारक है कि बेशक शैतान इंसान ते गालिब हो के रहिंदा है, यानी जिहड़ा दिल शैतान दा घर बन जाए, जिहदे विच शैतान डेरा ला ले, उहदे ते गालिब हो जाता है। सुल्तान साहब लिखते ने ऐनुल फ़क्र विच हकायत कि एक बजुर्ग सन, यानी एक बाबा जी बैठे सन, बजुर्ग बाबा जी बजुर्ग बैठे सी, तो उन्हां दा जिहड़ा नफ्स सी वो उन्हां दी शक्ल अख्तियार करके सामने मुसल्ले ते आके बह गया। उन्होंने देखा कि मेरी शक्ल दा बंदा मेरे सामने, तो पूछा तू कौन है, तो कहने लगा मैं भी तुसी हाँ। वो जड़ा कि उन्होंने कहा तो मेरे काबू आ गया, हुण इनू मार दीए। उन्हें कहा ना, तुसी मैनू एवें नहीं मार सकते, इस तरह मारना मेरे खिलाफ है, यानी कि इस तरह की मार नाल मैं नहीं मरता। आ फरमांदा कि परिंदियां दी जिहड़ी शायद जान लेंदी है वो दाना है। परिंदा दाने की लालच विच जदों उहदे वल आंदा है, वो दीवाना हो के दाने ते आंदा है, तो वो उस लालच विच, उस हिरस विच उहनूं जाल नहीं नज़र आंदा, तो उहदी कैद विच आ जांदा। हिरस लालच हवस तो बचना चाहिए। यानी सुल्तान साहब फरमांदे जिहड़ी है वो गोया एक जाल है और दाना मिसल दुनिया है। एले हिरस जिहड़े ने दुनिया दा दीवाना है, दुनिया का वो दीवाना है। सुल्तान साहब अब्याते बाहू च फरमाते हैं कि मक्खी कैद शहद विच हुई, क्यूड़ सी नाल शबाजा हूँ। यानी कि जिहड़ी मक्खी जिहड़ी है, मतलब नफ्स जिहड़ा वे, यानी जिहड़े अहले नफ्स ने वो दुनिया की कैद विच फसे ने। जिवें मक्खी फस जाती है ना शहद के छत्ते विच, उहदे विच, ते इवें अहले नफ्स जिहड़े ने दुनिया की लालच भी जिहड़े लोग ने वो फसे ने इहदे विच, ते ओह वाला शबाज वांगू किवें प्रवास कर सकते हैं? वो नहीं प्रवास कर सकते, क्योंकि वो इस दुनिया की लालच विच फसे ने, शहद की मक्खी वांगू इस दुनिया की लालच विच फसे। अब्याते बाहू च फरमांदे ने अल्लाह पढ़ायूं हाफिज होयूं, ना गया हजाबूं पढ़दा हूँ, पढ़ पढ़ आलम फाजल होयूं, तालब होयूं ज़रदा हूँ, लख हज़ार किताबां पढ़ियां पर जालम नफ्स न मरदा हूँ, बाज फकीरां किसे ना मारिया बाहू, ये जालम चोर अंदर दा हूँ। मीन कि ये फ़कीर की निगाह तो बगैर, फ़कीर की मदद तो बगैर ये नहीं मर सकता। मौलाना रूम साहब ने भी अपनियां किताबां च गल फरमाई है कि कामल मुर्शद की निगाह तो बगैर, कामल मुर्शद की मदद तो बगैर ये जालम नफ्स नहीं मरता। तो साडी गुजारिश है अल्लाह रब्बुल इज़्ज़त दे अगे कि सानू कामल मुर्शद की निगाह दे नाल इस नफ्स तो बचाए, इस लालच तो बचाए, इस हिरस तो बचाए, और जिहड़ा उहदा असल राह है उहदे ते चलण दी तौफीक दे, और जिहड़ियां साडीआं गलतियां कुताहियां ने उन्हां दी सानू मालक माफ़ी दे। बहुत शुक्रिया। जींदे वसते रहो, खुश रहो, सलामत रहो।